ਹਾਂਜੀ ਸਟੂਡੈਂਟਸ, ਬੇਟਾ ਆਪਾਂ ਇਸ ਤੋਂ ਪਹਿਲਾਂ ਕੀਤਾ ਸੀਗਾ ਨਾ ਰੀਅਲਿਸਟਿਕ ਅਪਰੋਚ। ਨਾਓ ਵੀ ਆਰ ਡਿਸਕਸ ਅਬਾਊਟ ਦੀ ਆਈਡਲਿਸਟਿਕ ਔਰ ਆਈਡਲਿਜ਼ਮ ਅਪਰੋਚ ਆਫ ਦੀ ਇੰਟਰਨੈਸ਼ਨਲ ਰਿਲੇਸ਼ਨਸ ਔਰ ਇੰਟਰਨੈਸ਼ਨਲ ਪੋਲੀਟਿਕਸ। ਜੋ ਆਦਰਸ਼ਵਾਦੀ ਅਪਰੋਚ ਹੈ ਬੇਟਾ, ਉਹ ਯਥਾਰਥਵਾਦੀ ਅਪਰੋਚ ਤੋਂ ਬਿਲਕੁਲ ਆਪੋਜ਼ਿਟ है। जो रियलिस्टिक अप्रोच है क्वाइट ऑब्वियस वो आइडियलिस्टिक अप्रोच से टोटली ऑपोजिट होगी। ठीक है, जो अजम्पशंस जो फीचर्स जो है वो आइडियलिस्टिक अप्रोच में हैं वो आपको रियलिस्टिक अप्रोच में बिल्कुल ऑपोजिट दिखेंगे। ठीक है, सो लेट्स वी आर स्टार्टिंग विद द मेन सपोर्टर्स ऑफ द आइडियलिज्म और आइडियलिस्टिक अप्रोच। द महात्मा गांधी, ब्रैटरेंड रसेल, रिकार्डे कॉग्ने, E.H. कार, ठीक है, हाइड, ठीक है, उसके बाद है वुड्रो विल्सन। दे ऑल आर दी सपोर्टर्स ऑफ द आइडियलिस्टिक अप्रोच ऑफ द इंटरनेशनल पॉलिटिक्स। आपने बेटा इसमें से सिर्फ और सिर्फ 2 और या 3 याद कर लेने हैं आपके 2 मार्क्स के क्वेश्चंस में कि हु आर द मेन सपोर्टर्स ऑफ द आइडियलिस्टिक अप्रोच ऑफ द इंटरनेशनल पॉलिटिक्स। सो लेट्स वी आर स्टार्टिंग विद द बेसिक कैरेक्टर स्केचेस ऑफ द आइडियलिस्टिक अप्रोच। नंबर 1, मैन इज़ गुड बाय अ नेचर, व्यक्ति सुभाव तो चंगा है। हुण आइडियलिस्टिक अप्रोच की कहती है कि ਜਿਹੜੀ ਇੰਟਰਨੈਸ਼ਨਲ ਪੋਲੀਟਿਕਸ ਹੈ, ਅੰਤਰਰਾਸ਼ਟਰੀ ਰਾਜਨੀਤੀ ਹੈ, ਉਸ ਦੇ ਵਿੱਚ ਪਰਫਾਰਮ ਕਰਨ ਵਾਲਾ ਜਿਹੜਾ ਆਦਮੀ ਹੈ ਉਸ ਦਾ ਸੁਭਾਅ ਜਿਹੜਾ ਹੈਗਾ ਉਹ ਬਹੁਤ ਚੰਗਾ ਹੈ। ਆਦਮੀ ਜਿਹੜਾ ਹੈਗਾ ਉਹ ਬਹੁਤ ਚੰਗਾ ਹੈ। ਬਟ ਇਨ ਦ ਰੀਅਲਿਸਟਿਕ ਅਪਰੋਚ ਉਹ ਕਹਿੰਦੇ ਆਦਮੀ ਸੁਭਾਅ ਤੋਂ ਚੰਗਾ ਨਹੀਂ ਹੈ। ਠੀਕ ਹੈ, ਸੈਲਫਿਸ਼ ਹੈ। ਸੋ ਪਹਿਲਾ ਇਹ ਹੋ ਗਿਆ। ਸੋ ਇਸ ਕਰਕੇ ਉਹ ਕਹਿੰਦਾ ਹੈ ਕਿ ਉਹ ਦੂਜਿਆਂ ਦੀ ਭਲਾਈ ਲਈ ਸੋਚਦਾ ਹੈ। ਦੂਸਰਾ, ਓਪੋਜੀਸ਼ਨ ਆਫ ਵਾਰਸ, ਯੁੱਧਾਂ ਦਾ ਵਿਰੋਧ। ਆਈਡਲਿਸਟਿਕ ਅਪਰੋਚ ਇਹ ਕਹਿੰਦੀ ਹੈ ਕਿ ਯੁੱਧਾਂ ਦਾ ਵਿਰੋਧ ਹੋਣਾ ਚਾਹੀਦਾ ਹੈ ਕਿਉਂਕਿ ਯੁੱਧ ਜਿਹੜੇ ਹੈਗੇ ਨੇ, ਵਾਰ ਜਿਹੜੇ ਹੈਗੇ ਨੇ, ਉਹ ਇੰਟਰਨੈਸ਼ਨਲ ਪੋਲੀਟਿਕਸ ਦੀ ਵਿਸ਼ਵ ਸ਼ਾਂਤੀ ਦੇ ਲਈ ਖਤਰਾ ਸਾਬਿਤ ਨੇ। ਲੇਕਿਨ ਆਈਡਲਿਸਟਿਕ ਅਪਰੋਚ ਇਹ ਕਹਿੰਦੀ ਹੈ ਕਿ ਯੁੱਧ ਜਿਹੜੇ ਹੈਗੇ ਨੇ ਇਹ ਕਾਮਨ ਹੈ, ਇਹ ਡਿਮਾਂਡ ਹੈ ਇੰਟਰਨੈਸ਼ਨਲ ਪੋਲੀਟਿਕਸ ਦੀ ਕਿ ਜਿੱਥੇ 2 ਧਿਰ ਆਪਸ ਦੇ ਵਿੱਚ ਭਿੜਨਗੇ, 2 ਧਿਰ ਆਪਸ ਦੇ ਵਿੱਚ ਹੋਣਗੇ, ਉਹਨਾਂ ਦੇ ਵਿੱਚ ਮੁੱਦੇ ਵੀ ਉੱਠਣਗੇ, ਉਹਨਾਂ ਦੇ ਵਿੱਚ ਵਿਵਾਦ ਵੀ ਹੋਣਗੇ ਔਰ ਯੁੱਧ ਵੀ ਹੋਣਾ ਲਾਜ਼ਮੀ ਹੈ। ਲੇਕਿਨ ਆਈਡਲਿਸਟਿਕ ਅਪਰੋਚ ਜਿਹੜੀ ਹੈਗੀ ਹੈ ਉਹ ਯੁੱਧ ਦਾ ਵਿਰੋਧ ਕਰਦੀ ਹੈ। ਸ਼ਕਤੀ ਅੰਤਰਰਾਸ਼ਟਰੀ ਰਾਜਨੀਤਿਕ ਦਾ ਕੇਂਦਰ ਬਿੰਦੂ ਨਹੀਂ ਹੈ। ਆਈਡਲਿਸਟਿਕ ਅਪਰੋਚ ਕਹਿੰਦੀ ਹੈ ਪਾਵਰ ਇਜ਼ ਨਾਟ ਅ ਸੈਂਟਰਲ ਟੂ ਦ ਇੰਟਰਨੈਸ਼ਨਲ ਪੋਲੀਟਿਕਸ, ਬਟ ਆਈਡਲਿਸਟਿਕ ਅਪਰੋਚ ਕਹਿੰਦੀ ਹੈ ਯੈਸ ਪਾਵਰ ਇਜ਼ ਦ ਸੈਂਟਰਲ ਆਫ ਇੰਟਰਨੈਸ਼ਨਲ ਪੋਲੀਟਿਕਸ। ਉਹ ਕਹਿੰਦਾ ਹੈ ਕਿ ਸਿਰਫ ਔਰ ਸਿਰਫ ਸ਼ਕਤੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਤੱਤ ਨੇ ਜਿਨ੍ਹਾਂ ਦੇ ਕਾਰਨ ਇੱਕ ਦੇਸ਼ ਦੂਸਰੇ ਦੇਸ਼ ਦੇ ਨਾਲ ਆਪਣੇ ਸੰਬੰਧਾਂ ਨੂੰ ਕਾਇਮ ਕਰਦਾ ਹੈ। ਵੈਲਿਊ ਬੇਸਡ ਅਪਰੋਚ ਮੁੱਲਿਆਂ ਦੇ ਉੱਤੇ ਆਧਾਰਿਤ ਹੈ। ਮੁੱਲ ਕਿਹੜੇ ਕਿਹੜੇ? ਜਿਹਦੇ ਵਿੱਚ ਕੋਆਪਰੇਸ਼ਨ ਆਉਂਦਾ ਹੈ, ਸ਼ਾਂਤੀ ਆਉਂਦੀ ਹੈ, ਸਹਿਯੋਗ ਆਉਂਦੀ ਹੈ, ਜਿਉਣ ਦੋ ਅਤੇ ਜਿਉਂਦੇ ਰਹਿਣ ਦੋ ਦੀ ਪ੍ਰਕਿਰਿਆ ਆਉਂਦੀ ਹੈ। ਸੋ ਇਹ ਸਾਰੀਆਂ ਮੋਰਲ ਵੈਲਿਊਜ਼ ਦੇ ਉੱਤੇ ਸਾਡੀ ਇੰਟਰਨੈਸ਼ਨਲ ਪੋਲੀਟਿਕਸ ਹੈ ਉਹ ਬੇਸਡ ਹੈ। ਠੀਕ ਹੈ, ਉਸ ਤੋਂ ਬਾਅਦ ਇੱਕ ਰਿਜੈਕਸ਼ਨਸ ਆਫ ਦੀ ਟੋਟਲਰਿਜ਼ਮ, ਮਤਲਬ ਸਰਵ ਸੱਤਾਵਾਦ ਦਾ ਖੰਡਨ। ਸਰਵ ਸੱਤਾਵਾਦ ਕੀ ਹੁੰਦੀ ਹੈ ਬੇਟਾ? ਜਿੱਥੇ ਇੱਕ ਪਰਸਨ ਦੇ ਹੱਥ ਦੇ ਵਿੱਚ ਸਾਰੀਆਂ ਪਾਵਰਸ ਆ ਜਾਂਦੀਆਂ ਨੇ ਔਰ ਲੋਕਾਂ ਨੂੰ ਜਿਹੜਾ ਹੈਗਾ ਉਹ ਵਿਰੋਧ ਕਰਨ ਦਾ ਅਧਿਕਾਰ ਨਹੀਂ ਹੁੰਦਾ। ਯਾਨੀ ਕਿ ਜੋ ਸਰਕਾਰ ਨੇ ਕਾਨੂੰਨ ਬਣਾਤੇ ਬਣਾਤੇ ਕਾਨੂੰਨ ਜਿਹੜੇ ਹੈਗੇ ਨੇ ਉਹਨਾਂ ਦਾ ਵਿਰੋਧ ਜਿਹੜੀ ਜਨਤਾ ਨਹੀਂ ਕਰ ਸਕਦੀ। ਫੇਥ ਇਨ ਦ ਇੰਟਰਨੈਸ਼ਨਲ ਆਰਗੇਨਾਈਜੇਸ਼ਨ, ਅੰਤਰਰਾਸ਼ਟਰੀ ਸੰਗਠਨਾਂ ਦੇ ਵਿੱਚ ਵਿਸ਼ਵਾਸ। ਅੰਤਰਰਾਸ਼ਟਰੀ ਸੰਗਠਨ ਕਿਹੜੇ ਹੁੰਦੇ ਨੇ? ਜਿਹੜੇ ਕਿ ਇੰਟਰਨੈਸ਼ਨਲ ਤੌਰ 'ਤੇ ਬਣੇ ਹੋਏ ਨੇ, ਜਿਵੇਂ ਸਾਰਕ ਹੋ ਗਿਆ, ਬ੍ਰਿਕਸ ਹੋ ਗਿਆ, ਹੈ ਨਾ, ਯੂਨਾਈਟਿਡ ਨੇਸ਼ਨਸ ਹੋ ਗਿਆ, ਸੋ UNO ਹੋ ਗਿਆ। ਸੋ ਇਹ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਜਿਹੜੀ ਸਾਡੀ ਆਦਰਸ਼ਵਾਦੀ ਪ੍ਰਕਿਰਿਆ ਹੈ, ਆਦਰਸ਼ਵਾਦੀ ਅਪਰੋਚ ਹੈ, ਉਹ ਇਹਨਾਂ ਦੇ ਉੱਤੇ ਭਰੋਸਾ ਰੱਖਦੀ ਹੈ। ਉਸ ਤੋਂ ਬਾਅਦ ਆਤਾ ਹੈ ਬੇਟਾ ਸਪੋਰਟਰਸ ਆਫ ਦੀ ਇਸਟੈਬਲਿਸ਼ਮੈਂਟ ਆਫ ਦੀ ਵਰਲਡ ਸਟੇਟ, ਵਿਸ਼ਵ ਰਾਜ ਦੀ ਸਥਾਪਨਾ ਦੇ ਸਮਰਥਕ। ਕਿ ਇਹੋ ਜਿਹੀ ਰਾਜ ਦੀ ਸਥਾਪਨਾ ਕਰਨਾ ਜਿਹੜਾ ਵਿਸ਼ਵ ਵਿਆਪੀ ਹੋਵੇ, ਜਿਹੜਾ ਆਪਸ ਦੇ ਵਿੱਚ ਕੋਆਪਰੇਸ਼ਨ ਨਾਲ ਬਣਿਆ ਹੋਵੇ। ਠੀਕ ਹੈ, ਉਸ ਤੋਂ ਬਾਅਦ ਐਮਫੈਸਿਸ ਔਨ ਦ ਐਜੂਕੇਸ਼ਨ, ਰੀਜ਼ਨ ਐਂਡ ਸਾਇੰਸ। ਵਿੱਦਿਆ ਦੇ ਉੱਤੇ ਜ਼ੋਰ ਦਿੰਦੇ ਨੇ, ਤਰਕ ਦੇ ਉੱਤੇ ਜ਼ੋਰ ਦਿੰਦੇ ਨੇ ਅਤੇ ਵਿਗਿਆਨ ਦੇ ਉੱਤੇ ਜ਼ੋਰ ਦਿੰਦੇ ਨੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਨੇਸ਼ਨਸ ਦੇ ਵਿੱਚ ਆਪਸੀ ਪਿਆਰ ਅਤੇ ਸਹਿਯੋਗ ਨੂੰ ਬਣਾਇਆ ਜਾ ਸਕੇ। ਉਸ ਤੋਂ ਬਾਅਦ ਆਉਂਦਾ ਹੈ ਇੰਪੋਰਟੈਂਸ ਆਫ ਦੀ ਮੋਰੈਲਿਟੀ,
ਨੈਤਿਕਤਾ ਨੂੰ ਮਹੱਤਵਤਾ, ਮੋਰਲ ਵੈਲਿਊਜ਼ ਨੂੰ ਅਗਰ ਮਹੱਤਵਤਾ ਦਿੰਦੇ ਨੇ, ਮੋਰਲਿਟੀ ਨੂੰ ਮਹੱਤਵਤਾ ਦਿੰਦੇ ਨੇ, ਜਦਕਿ ਆਈਡਲਿਸਟਿਕ ਅਪਰੋਚ ਜਿਹੜੀ ਹੈਗੀ ਉਹ ਬਿਲਕੁਲ ਇਸ ਦੇ ਓਪੋਜ਼ਿਟ ਹੈ। ਉਸ ਤੋਂ ਬਾਅਦ ਹੈ ਹਿੰਸਾ ਅਤੇ ਅਤਿਆਚਾਰ ਦਾ ਖਾਤਮਾ, ਐਲੀਮੀਨੇਸ਼ਨ ਆਫ ਦੀ ਵਾਇਲੈਂਸ ਐਂਡ ਟੈਰਰਿਜ਼ਮ। ਅਤਿਆਚਾਰ ਅਤੇ ਆਤੰਕਵਾਦ ਜਾਂ ਜਿਹੜਾ ਹੈਗਾ ਕਿਸੇ ਨੂੰ ਟੌਰਚਰ ਕਰਨਾ, ਉਸ ਦਾ ਹੀ ਵਿਰੋਧ ਕਰਦੇ ਨੇ, ਬਿਕੋਜ਼ ਆਈਡਲਿਸਟਿਕ ਹੈ, ਆਦਰਸ਼ ਹੈ, ਤਾਂ ਇਹ ਸ਼ਾਂਤੀਮਈ ਤਰੀਕਿਆਂ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ। ਠੀਕ ਹੈ। ਨਾਓ ਸੁਜੈਸ਼ਨਸ ਫॉर ਸੋਲਵਿੰਗ ਇੰਟਰਨੈਸ਼ਨਲ ਪ੍ਰੋਬਲਮਸ। ਹੁਣ ਆਦਰਸ਼ਵਾਦ ਇਹ ਕਹਿੰਦਾ ਹੈ ਕਿ ਆਦਰਸ਼ਵਾਦੀ ਪ੍ਰਕਿਰਿਆ ਦੇ ਅਨੁਸਾਰ ਜਿਹੜੀਆਂ ਦੋ ਦੇਸ਼ਾਂ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ ਉਹਨੂੰ ਕਿਵੇਂ ਸੌਰਟ ਆਊਟ ਕੀਤਾ ਜਾ ਸਕਦਾ ਹੈ। ਬੇਟਾ ਦੇਖੋ, ਇੱਕ ਚੀਜ਼ ਦਾ ਸਮਰਥਨ ਇਹ ਦੋਨੋਂ ਕਰਦੇ ਨੇ, ਦੋਨੋਂ ਹੀ ਕਹਿੰਦੇ ਨੇ ਕਿ ਜਦੋਂ ਦੋ ਦੇਸ਼ਾਂ ਦੇ ਵਿੱਚ ਰਿਲੇਸ਼ਨਸ ਕਾਇਮ ਹੋਏਗਾ ਤਾਂ ਵਿਵਾਦ ਜ਼ਰੂਰ ਹੋਣਗੇ। ਠੀਕ ਹੈ। ਉਹ ਆਈਡਲਿਸਟਿਕ ਅਪਰੋਚ ਜਿਹੜੀ ਹੈਗੀ ਉਹ ਵਿਵਾਦਾਂ ਨੂੰ ਸ਼ਾਂਤੀਮਈ ਤਰੀਕੇ ਨਾਲ ਹੱਲ ਕਰਨ ਦੇ ਸੁਜੈਸ਼ਨ ਦਿੰਦੀ ਹੈ। ਨੰਬਰ 1, ਉਹ ਇਹ ਕਹਿੰਦੇ ਨੇ ਕਿ ਮੋਰਲ ਪ੍ਰਿੰਸੀਪਲਸ ਨੂੰ ਜ਼ੋਰ ਦੇਣਾ ਚਾਹੀਦਾ, ਨੈਤਿਕ ਸਿਧਾਂਤਾਂ ਨੂੰ ਜ਼ੋਰ ਦੇਣਾ ਚਾਹੀਦਾ। ਨੈਤਿਕ ਸਿਧਾਂਤ ਕਿ ਸਾਨੂੰ ਕਿਸੇ ਦੂਸਰੇ ਦੇਸ਼ ਦੇ ਉੱਤੇ ਹਮਲਾ ਨਹੀਂ ਕਰਨਾ ਚਾਹੀਦਾ, ਸਾਨੂੰ ਸਾਰਿਆਂ ਦੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ, ਸਹਿਯੋਗ ਨਾਲ ਰਹਿਣਾ ਚਾਹੀਦਾ। ਠੀਕ ਹੈ। ਇਸ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜ਼ੋਰ ਦਿੰਦੇ ਨੇ। ਉਸ ਤੋਂ ਬਾਅਦ ਉਹ ਕਹਿੰਦੇ ਨੇ ਐਸਟੈਬਲਿਸ਼ਮੈਂਟ ਆਫ ਦ ਸੁਪਰਨੈਸ਼ਨਲ ਇੰਸਟੀਟਿਊਸ਼ਨਸ। ਉਹ ਕਹਿੰਦੇ ਰਾਸ਼ਟਰਵਾਦ ਦੀ ਭਾਵਨਾ ਤੋਂ ਉੱਪਰ ਉੱਠ ਕੇ ਸੰਸਥਾਵਾਂ ਦੀ ਸਥਾਪਨਾ ਕਰਨੀ, ਇਹੋ ਜਿਹੀ ਸੰਸਥਾਵਾਂ ਦੀ ਸਥਾਪਨਾ ਕਰਨੀ ਜਿਨ੍ਹਾਂ ਦੇ ਵਿੱਚ ਸਿਰਫ ਔਰ ਸਿਰਫ ਇੱਕ ਰਾਸ਼ਟਰ ਨਹੀਂ ਬਲਕਿ ਸਾਰੇ ਰਾਸ਼ਟਰਾਂ ਨੂੰ ਬਰਾਬਰ ਦੀ ਮਾਨਤਾ ਦਿੱਤੀ ਜਾਏਗੀ। ਵਿਸ਼ਵ ਸੰਘ ਦੀ ਸਥਾਪਨਾ ਕਰਨਾ, ਇਹੋ ਜਿਹੇ ਸੰਘ ਦੀ ਸਥਾਪਨਾ ਕਰਨਾ ਜਿੱਥੇ ਸਾਰੇ ਦੇਸ਼ ਜਿਹੜੇ ਹੈਗੇ ਨੇ ਆਪਸ ਦੇ ਵਿੱਚ ਇਕਜੁੱਟ ਹੋ ਕੇ ਰਹਿਣਗੇ। ਯੁੱਧਾਂ 'ਤੇ ਕਾਨੂੰਨੀ ਨਿਯੰਤਰਣ ਹੋਣਾ ਚਾਹੀਦਾ, ਲੀਗਲ ਕੰਟਰੋਲ ਆਫ ਦੀ ਵਾਰ ਹੋਣਾ ਚਾਹੀਦਾ। ਇਹੋ ਜਿਹੀ ਸਿਚੁਏਸ਼ਨਸ ਹੀ ਨਹੀਂ ਬਣ ਦੇਣੀਆਂ ਚਾਹੀਦੀਆਂ ਜਿਹਦੇ ਵਿੱਚ ਵਾਰ ਹੋਵੇ। ਉਸ ਤੋਂ ਬਾਅਦ ਹੈ ਐਲੀਮੀਨੇਸ਼ਨਸ ਆਫ ਦੀ ਵੈਪਨਸ। ਉਹ ਇਹ ਕਹਿੰਦਾ ਨੇ ਹਥਿਆਰਾਂ ਦਾ ਖਤਮ ਕਰਨਾ ਚਾਹੀਦਾ, ਹਥਿਆਰ ਹੀ ਨਹੀਂ ਹੋਣਗੇ ਤਾਂ ਯੁੱਧ ਜਿਹੜੇ ਹੈਗੇ ਨੇ ਉਹ ਆਪਣੇ ਆਪ ਹੀ ਖਤਮ ਹੋ ਜਾਣਗੇ। ਸਰਵ ਸੱਤਾਵਾਦ ਦਾ ਖਾਤਮਾ ਕਰਨਾ, ਕਿ ਲੋਕਾਂ ਨੂੰ ਜਿਹੜਾ ਹੈਗਾ ਇਹੋ ਜਿਹੇ ਅਧਿਕਾਰ ਦੇਣਾ ਵੀ ਲੋਕੀ ਜਿਹੜੇ ਹੈਗੇ ਨੇ ਅਗਰ ਕੋਈ ਗਲਤ ਕਾਨੂੰਨ ਬਣਦਾ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਉਹ ਬੋਲ ਸਕਣ। ਅੰਤਰਰਾਸ਼ਟਰੀ ਮੁਦਰਾ ਪ੍ਰਣਾਲੀ ਦਾ ਪੁਨਰਗਠਨ ਕਰਨਾ ਚਾਹੀਦਾ, ਰੀਕਨਸਟਰਕਸ਼ਨ ਕਰਨੀ ਚਾਹੀਦੀ ਹੈ। ਜਿਹੜੇ ਅਲੱਗ-ਅਲੱਗ ਦੇਸ਼ਾਂ ਦੀ ਅਲੱਗ-ਅਲੱਗ ਮੁਦਰਾ ਹੈ, ਅਲੱਗ-ਅਲੱਗ ਕਰੰਸੀ ਹੈ, ਉਸ ਚੀਜ਼ ਨੂੰ ਖਤਮ ਕਰਕੇ ਇੱਕ ਸਾਂਝੀ ਮੁਦਰਾ ਜਿਹੜੀ ਹੈਗੀ ਉਸ ਨੂੰ ਕਾਇਮ ਕਰਨਾ ਚਾਹੀਦਾ। ਸਪੋਰਟ ਆਫ ਦ ਪ੍ਰਿੰਸੀਪਲਸ ਆਫ ਦ ਸੈਲਫ ਡਿਟਰਮੀਨੇਸ਼ਨ, ਆਤਮ ਨਿਰਣੇ ਲੈਣ ਦਾ ਸਿਧਾਂਤ ਦਾ ਸਮਰਥਨ, ਕਿ ਹਰ ਇੱਕ ਦੇਸ਼ ਦੇ ਵਿੱਚ ਇੰਨੀ ਐਬਿਲਿਟੀ ਹੋਵੇ ਕਿ ਉਹ ਆਪਣੇ ਨਿਰਣੇ ਜਿਹੜੇ ਹੈਗੇ ਨੇ ਉਹ ਆਪ ਲੈ ਸਕੇ। ਵਿਦਿਆ, ਤਰਕਸ਼ੀਲਤਾ ਅਤੇ ਵਿਗਿਆਨ ਦੀ ਮਹੱਤਵਤਾ ਨੂੰ ਇਹਨਾਂ ਨੇ ਇੰਪੋਰਟੈਂਸ ਦਿੱਤੀ ਹੈ ਕਿ ਇਹ ਸਾਰੇ ਅਗਰ ਆਪਾਂ ਸਟੈਪ ਫੋਲੋ ਕਰੀਏ ਤਾਂ ਵਿਵਾਦਾਂ ਨੂੰ ਜਿਹੜਾ ਹੈਗਾ ਉਹ ਯੁੱਧਾਂ ਤੋਂ ਬਿਨਾਂ ਵੀ ਸੋਲਵ ਕੀਤਾ ਜਾ ਸਕਦਾ ਹੈ। ਨਾਓ ਵੀ ਆਰ concluding point. Now we are coming on the concluding point that critical evaluations of the idealistic approach. Number 1, imaginary viewpoint, ਕਾਲਪਨਿਕ ਦ੍ਰਿਸ਼ਟੀਕੋਣ। ਠੀਕ ਹੈ। ਇੱਕ ਕਲਪਨਾ ਹੈ, ਇਹ ਦੇਖਣ ਨੂੰ ਸੁਣਨ ਨੂੰ ਵਧੀਆ ਲੱਗਦੀ ਹੈ ਬਟ ਇਨ ਪ੍ਰੈਕਟੀਕਲ ਵੇ ਇਹ ਅਪਣਾਈ ਨਹੀਂ ਜਾ ਸਕਦੀ। ਠੀਕ ਹੈ। ਹੁਣ ਪਾਕਿਸਤਾਨ ਔਰ ਇੰਡੀਆ ਆਪਸੀ ਸਹਿਯੋਗ ਵੀ ਕਰਕੇ ਦੇਖ ਲਿਆ, ਬੈਠਕਾਂ ਵੀ ਕਰਕੇ ਦੇਖ ਲਈਆਂ, ਸਭ ਕੁਝ ਕਰਕੇ ਦੇਖ ਲਿਆ, ਬਟ ਸਟਿਲ ਸਿਚੁਏਸ਼ਨ ਜਿਹੜੀ ਹੈਗੀ ਉਹ ਜਿਉਂ ਦੀ ਤਿਉਂ ਬਣੀ ਹੋਈ ਹੈ। ਉਸ ਤੋਂ ਬਾਅਦ ਹੈ ਡਿਫਿਕਲਟ ਟੂ ਇੰਪਲੀਮੈਂਟ ਦੇਅਰ ਸੁਜੈਸ਼ਨਸ। ਜਿਹੜੇ ਆਈਡਲਿਸਟਿਕ ਅਪਰੋਚ ਸੁਝਾਅ ਦੇ ਰਹੀ ਹੈ ਕਿ ਨੈਤਿਕਤਾ ਨੂੰ ਅਪਣਾਓ, ਵੈਲਿਊਜ਼ ਨੂੰ ਅਪਣਾਓ, ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਸਾਰੇ ਇਕੱਠੇ ਮਿਲ ਕੇ ਰਹੋ, ਬਟ ਦਿਸ ਇਜ਼ ਨਾਟ ਪੋਸੀਬਲ ਇਨ ਦਾ ਕੰਟੈਂਪਰਰੀ ਏਰਾ। ਉਸ ਤੋਂ ਬਾਅਦ ਉਹ ਕਹਿੰਦਾ ਹੈ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਮੰਨਣਾ ਜਾਂ ਨਾ ਮੰਨਣਾ ਰਾਸ਼ਟਰੀ ਇੱਛਾ ਦੇ ਉੱਤੇ ਨਿਰਭਰ ਕਰਦਾ ਹੈ। ਇਹ ਕਹਿੰਦੇ ਆ ਠੀਕ ਹੈ ਇੰਟਰਨੈਸ਼ਨਲ ਲਾਜ਼ ਤਾਂ ਹੈਗੇ ਨੇ, ਹੁਣ ਵੀ ਹੈਗੇ ਨੇ, ਬਟ ਉਹਨਾਂ ਨੂੰ ਮੰਨਣਾ ਜਾਂ ਨਾ ਮੰਨਣਾ ਇੱਕ ਸਟੇਟ ਦੀ ਆਪਣੀ ਇੱਛਾ ਦੇ ਉੱਤੇ ਨਿਰਭਰ ਕਰਦਾ ਹੈ। ਠੀਕ ਹੈ। ਅੰਤਰਰਾਸ਼ਟਰੀ ਸੰਗਠਨਾਂ ਦੀ ਪ੍ਰਭਾਵਹੀਨਤਾ, ਉਹ ਕਹਿੰਦੇ ਨੇ ਕ੍ਰਿਟਿਸਿਜ਼ਮ ਦੇ ਸਪੋਰਟਰਸ ਇਹ ਕਹਿੰਦੇ ਨੇ ਵੀ ਠੀਕ ਹੈ ਆਈਡਲਿਸਟਿਕ ਅਪਰੋਚ ਕਹਿੰਦੀ ਹੈ ਵੀ ਇੰਟਰਨੈਸ਼ਨਲ ਜਿਹੜੇ ਹੈਗੇ ਨੇ ਇੰਸਟੀਟਿਊਸ਼ਨਸ ਹੋਣੇ ਚਾਹੀਦੇ ਨੇ, ਲੇਕਿਨ ਉਹ ਹੈਗੇ ਵੀ ਹੈ ਇੰਸਟੀਟਿਊਸ਼ਨਸ, ਲੇਕਿਨ ਹੁਣ ਇੱਕ ਪ੍ਰਭਾਵਹੀਨ ਨੇ। ਕਿਉਂਕਿ ਹੁਣ ਦੇਖੋ UN ਹੈ, UN ਦੇ ਵਿੱਚ ਜਿਹੜੇ ਹੈਗੇ ਨੇ ਉਹਦੀ ਕਿੰਨੀ ਕੁ ਚੱਲਦੀ ਹੈ, ਜਿਹੜੇ ਉਹਦੇ ਪਰਮਾਨੈਂਟ ਮੈਂਬਰ ਨੇ ਸਿਰਫ ਔਰ ਸਿਰਫ ਉਹੀ UN ਨੂੰ ਚਲਾਉਂਦੇ ਨੇ। ਠੀਕ ਹੈ। ਉਸ ਤੋਂ ਬਾਅਦ ਕਹਿੰਦਾ ਹੈ ਵਿਅਕਤੀ ਦੇ ਸੁਭਾਅ ਦੇ ਉੱਤੇ ਵਧੇਰਾ ਵਿਸ਼ਵਾਸ ਕੀਤਾ, ਜਦ ਕਿ ਵਿਅਕਤੀ ਦਾ ਸੁਭਾਅ ਚੰਚਲ ਹੁੰਦਾ ਹੈ। ਠੀਕ ਹੈ। ਉਹ ਕਦੀ ਵੀ ਕਿਸੇ ਵੀ ਤਰੀਕੇ ਦੇ ਨਾਲ ਬਦਲ ਸਕਦਾ ਹੈ। ਵਿਸ਼ਵ ਸੰਘ ਦੀ ਸਥਾਪਨਾ ਕੇਵਲ ਇੱਕ ਸੁਪਨਾ ਹੀ ਹੈ, ਇੱਕ ਡਰੀਮ ਹੈ, ਇੱਕ ਬਹੁਤ ਵਧੀਆ ਡਰੀਮ ਹੈ ਜੋ ਕਦੀ ਵੀ ਪ੍ਰੈਕਟੀਕਲ ਦਾ ਰੂਪ ਨਹੀਂ ਲੈ ਸਕਦਾ। ਨੈਤਿਕਤਾ ਅਤੇ ਅੰਤਰਰਾਸ਼ਟਰੀ ਰਾਜਨੀਤੀ ਇਕੱਠੇ ਨਹੀਂ ਚੱਲਦੇ। ਆਈਡਲਿਸਟਿਕ ਅਪਰੋਚ ਕਹਿੰਦਾ ਹੈ ਕਿ ਮੋਰੈਲਿਟੀ ਔਰ ਇੰਟਰਨੈਸ਼ਨਲ ਪੋਲੀਟਿਕਸ ਜਿਹੜੇ ਹੈਗੇ ਨੇ ਉਹ ਇਕੱਠੇ ਨਹੀਂ ਚੱਲ ਸਕਦੇ। ਦੇਖਣ ਨੂੰ ਸੁਣਨ ਨੂੰ ਵਧੀਆ ਲੱਗਦਾ ਹੈ, ਲੇਕਿਨ ਹਰ ਇੱਕ ਦੇਸ਼ ਜਿਹੜਾ ਹੈਗਾ ਉਹ ਸਿਰਫ ਸਭ ਤੋਂ ਪਹਿਲਾਂ ਬਾਕੀਆਂ ਨਾਲੋਂ ਪਹਿਲਾਂ ਆਪਣੇ ਆਪ ਨੂੰ ਹੀ ਜ਼ਿਆਦਾ ਇੰਪੋਰਟੈਂਸ ਦੇਵੇਗਾ। ਇਗਨੋਰ ਪਾਵਰ ਫੈਕਟਰ, ਸ਼ਕਤੀ ਤੱਤ ਨੂੰ
ਅਲੱਗ ਕੀਤਾ ਇਹਨਾਂ ਨੇ, ਉਹਦੀ ਅਣਹੋਂਦ ਰੱਖੀ ਹੈ, ਜਦ ਕਿ ਪਾਵਰ ਜਿਹੜੀ ਹੈਗੀ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਜ਼ਰੂਰੀ ਹੈ। ਵਰਡ ਅਬਾਊਟ ਦੀ ਅਨਸਰਟਨ ਫਿਊਚਰ, ਉਹ ਕਹਿੰਦੇ ਨੇ ਆਈਡੀਅਲਿਸਟਿਕ ਅਪਰੋਚ ਵਾਲੇ ਜਿਹੜਾ ਭਵਿੱਖ ਅਜੇ ਦੇਖਿਆ ਨਹੀਂ ਉਹਦੇ ਲਈ ਵੱਧ ਚਿੰਤਿਤ ਹੈ ਐਜ਼ ਕੰਪੈਰੀਜ਼ਨ ਟੂ ਦੇ ਪ੍ਰੈਜ਼ੈਂਟ। ਠੀਕ ਹੈ, ਉਸ ਤੋਂ ਬਾਅਦ ਇਹ ਕਹਿੰਦੇ ਨੇ ਓਵਰ ਇੰਪੋਰਟੈਂਸ ਟੂ ਦਾ ਇੰਟਰਨੈਸ਼ਨਲ ਇੰਸਟੀਟਿਊਸ਼ਨਸ, ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਇੰਸਟੀਟਿਊਟਸ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਹੈ ਐਜ਼ ਕੰਪੈਰੀਜ਼ਨ ਟੂ ਦੀ ਪਰਟੀਕੂਲਰ ਨੇਸ਼ਨਸ। ਠੀਕ ਹੈ, ਉਸ ਤੋਂ ਬਾਅਦ ਬੇਟਾ ਇਹ ਕਨਕਲੂਜਨ ਲਿਖੂੰਗੇ ਕਿ ਚਾਹੇ ਇਹਦਾ ਕ੍ਰਿਟਿਸਿਜ਼ਮ ਹੈ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਆਈਡੀਅਲਿਸਟਿਕ ਅਪਰੋਚ ਦਾ ਕ੍ਰਿਟਿਸਿਜ਼ਮ ਹੈ, ਬਟ ਸਟਿਲ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਇਹ ਜ਼ਰੂਰੀ ਵੀ ਹੈ ਇੰਟਰਨੈਸ਼ਨਲ ਪੋਲੀਟਿਕਸ ਦੇ ਲਈ। ਨਾਓ ਡਿਫਰੈਂਸ ਬਿਟਵੀਨ ਦ ਰੀਅਲਿਸਟਿਕ ਐਂਡ ਆਈਡੀਅਲਿਸਟਿਕ ਅਪਰੋਚ, ਇਹ ਤੁਸੀਂ ਖੁਦ ਕਰੋਗੇ ਕਿਉਂਕਿ ਆਈਡੀਅਲਿਸਟਿਕ ਔਰ ਰੀਅਲਿਸਟਿਕ ਤੁਸੀਂ ਪੜ੍ਹ ਚੁੱਕੇ ਹੋ। ਹੈਡਿੰਗਸ ਤੁਹਾਨੂੰ ਮੈਂ ਦੱਸ ਦਿੰਦੀ ਹਾਂ। ਸ਼ਕਤੀ ਦੇ ਲਈ ਸੰਬੰਧ ਅੰਤਰ, ਠੀਕ ਹੈ, ਡਿਫਰੈਂਸ ਅਬਾਊਟ ਦ ਸਟਰਗਲ ਆਫ ਦੀ ਪਾਵਰ। ਆਈਡੀਅਲਿਸਟਿਕ ਅਪਰੋਚ ਕਹਿੰਦੀ ਹੈ ਕਿ ਸ਼ਕਤੀ ਦੀ ਹੋਂਦ ਨੂੰ ਘੱਟ ਰੱਖਣਾ ਚਾਹੀਦਾ ਜਾਂ ਮੰਨਦੇ ਹੀ ਨਹੀਂ ਹੈਗੇ, ਲੇਕਿਨ ਰੀਅਲਿਸਟਿਕ ਅਪਰੋਚ ਸ਼ਕਤੀ ਨੂੰ ਹੀ ਵੱਧ ਮਹੱਤਵ ਦਿੰਦੀ ਹੈ। ਵਿਅਕਤੀ ਦੇ ਸੁਭਾਅ ਦੇ ਵਿੱਚ ਅੰਤਰ, ਆਈਡੀਅਲਿਸਟਿਕ ਅਪਰੋਚ ਕਹਿੰਦੀ ਹੈ ਵਿਅਕਤੀ ਬਹੁਤ ਚੰਗਾ ਹੈ, ਲੇਕਿਨ ਰੀਅਲਿਸਟਿਕ ਅਪਰੋਚ ਕਹਿੰਦੀ ਹੈ ਨੋ, ਆਦਮੀ ਜਿਹੜਾ ਹੈਗਾ ਉਹ ਸ਼ੁਰੂ ਤੋਂ ਹੀ ਸੈਲਫਿਸ਼ ਚੱਲਿਆ ਆ ਰਿਹਾ ਹੈ। ਨੈਤਿਕਤਾ ਦੀ ਭੂਮਿਕਾ ਸੰਬੰਧੀ ਅੰਤਰ, ਡਿਫਰੈਂਸ ਅਬਾਊਟ ਦੀ ਰੋਲ ਆਫ ਦੀ ਮੋਰੈਲਿਟੀ। ਆਈਡੀਅਲਿਸਟਿਕ ਅਪਰੋਚ ਮੋਰ ਪ੍ਰੈਸ਼ਰ ਦਿੰਦੀ ਹੈ ਕਿਹਦੇ ਉੱਤੇ, ਨੈਤਿਕਤਾ ਦੇ ਉੱਤੇ, ਮੋਰੈਲਿਟੀ ਦੇ ਉੱਤੇ, ਲੇਕਿਨ ਆਈਡੀਅਲਿਸਟਿਕ ਅਪਰੋਚ ਨੈਤਿਕਤਾ ਨੂੰ ਇਗਨੋਰ ਕਰਦੀ ਹੈ। ਦੇ ਸੈਡ ਦੈਟ ਕਿ ਇੰਟਰਨੈਸ਼ਨਲ ਪੋਲੀਟਿਕਸ ਔਰ ਨੈਤਿਕਤਾ ਜਿਹੜੇ ਹੈਗੇ ਨੇ ਉਹ ਦੋਨੋਂ ਇਕੱਠੇ ਨਹੀਂ ਚੱਲ ਸਕਦੇ। ਡਿਫਰੈਂਸ ਅਬਾਊਟ ਦਾ ਇੰਪੋਰਟੈਂਸ ਆਫ ਦੀ ਵੈਲਿਊ, ਕਦਰਾਂ ਕੀਮਤਾਂ। ਆਈਡੀਅਲਿਸਟਿਕ ਅਪਰੋਚ ਜਿਹੜੀ ਹੈਗੀ ਹੈ ਵੈਲਿਊਜ਼ ਨੂੰ ਮੰਨਦੀ ਹੈ, ਮੋਰਲ ਵੈਲਿਊਜ਼ ਨੂੰ ਮੰਨਦੀ ਹੈ, ਬਟ ਰੀਅਲਿਸਟਿਕ ਅਪਰੋਚ ਜਿਹੜੀ ਹੈਗੀ ਇਹਨਾਂ ਨੂੰ ਇਗਨੋਰ ਕਰਦੀ ਹੈ। ਡਿਫਰੈਂਸ ਆਬਜੈਕਟਿਵਸ ਦੇ ਵਿੱਚ ਡਿਫਰੈਂਸ ਹੈ। ਆਈਡੀਅਲਿਸਟਿਕ ਅਪਰੋਚ ਜਿਹੜੀ ਹੈਗੀ ਉਹ ਫਿਊਚਰ ਲਈ ਜ਼ਿਆਦਾ ਕੰਸਰਨ ਹੈ ਔਰ ਰੀਅਲਿਸਟਿਕ ਅਪਰੋਚ ਜਿਹੜੀ ਹੈਗੀ ਉਹ ਪ੍ਰੈਜ਼ੈਂਟ ਲਈ ਜ਼ਿਆਦਾ ਕੰਸਰਨ ਹੈ। ਰਾਸ਼ਟਰੀ ਹਿੱਤ ਸੰਬੰਧੀ ਅੰਤਰ, ਜਿਹੜਾ ਆਈਡੀਅਲਿਸਟਿਕ ਅਪਰੋਚ ਹੈ ਉਹ ਇੰਟਰਨੈਸ਼ਨਲ ਹਿੱਤਾਂ ਨੂੰ ਜ਼ਿਆਦਾ ਮਹੱਤਵ ਦਿੰਦੀ ਹੈ, ਲੇਕਿਨ ਜਿਹੜੇ ਰੀਅਲਿਸਟਿਕ ਅਪਰੋਚ ਹੈ ਉਹ ਰਾਸ਼ਟਰੀ ਹਿੱਤਾਂ ਨੂੰ ਵੱਧ ਮਹੱਤਵ ਦਿੰਦੀ ਹੈ। ਵਾਰ ਦੇ ਸੰਬੰਧੀ ਅੰਤਰ, ਆਈਡੀਅਲਿਸਟਿਕ ਅਪਰੋਚ ਕਹਿੰਦੀ ਹੈ ਕਿ ਯੁੱਧ ਨਹੀਂ ਹੋਣੇ ਚਾਹੀਦੇ, ਖਤਮ ਕਰ ਦੇਣਾ ਚਾਹੀਦਾ ਹੈ, ਲੇਕਿਨ ਰੀਅਲਿਸਟਿਕ ਅਪਰੋਚ ਕਹਿੰਦੀ ਕਿ ਯੁੱਧ ਹੋਣੇ ਲਾਜ਼ਮੀ ਨੇ। ਰਾਸ਼ਟਰਵਾਦ ਦੇ ਸੰਬੰਧ ਦੇ ਵਿੱਚ ਅੰਤਰ, ਜਿਹੜਾ ਆਈਡੀਅਲਿਸਟਿਕ ਅਪਰੋਚ ਹੈ ਉਹ ਰਾਸ਼ਟਰਵਾਦ ਨਹੀਂ ਅੰਤਰਰਾਸ਼ਟਰਵਾਦ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੀ ਹੈ, ਅਤੇ ਰੀਅਲਿਸਟਿਕ ਅਪਰੋਚ ਜਿਹੜੀ ਹੈਗੀ ਆ ਉਹ ਰਾਸ਼ਟਰਵਾਦ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੀ ਹੈ। ਡਿਫਰੈਂਸ ਰਿਗਾਰਡਿੰਗ ਦ ਮੈਥਡਸ ਆਫ ਦ ਪੀਸਫੁਲ, ਸ਼ਾਂਤੀ। ਆਈਡੀਅਲਿਸਟਿਕ ਅਪਰੋਚ ਕਹਿੰਦੀ ਹੈ ਕਿ ਮੋਰੈਲਿਟੀ ਨੂੰ ਅਗਰ ਆਪਾਂ ਧਿਆਨ 'ਚ ਰਹੀਏ, ਯੁੱਧਾਂ ਦਾ ਸਮਰਥਨ ਨਾ ਕਰੀਏ, ਹਥਿਆਰਾਂ ਨੂੰ ਘੱਟ ਕਰ ਦਈਏ ਤਾਂ ਸ਼ਾਂਤੀ ਆਪਣੇ ਆਪ ਆ ਜਾਏਗੀ। ਲੇਕਿਨ ਰੀਅਲਿਸਟਿਕ ਅਪਰੋਚ ਕਹਿੰਦੀ ਹੈ ਕਿ ਅਗਰ ਹਰ ਇੱਕ ਦੇਸ਼ ਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਪਾਵਰ ਆਏਗੀ ਤਾਂ ਹਰ ਇੱਕ ਦੇਸ਼ ਦੂਸਰੇ ਦੇਸ਼ ਦੇ ਉੱਤੇ ਆਕਰਮਣ ਕਰਨ ਤੋਂ ਪਹਿਲਾਂ 10 ਵਾਰ ਸੋਚੇਗਾ, ਤਾਂ ਉਸ ਹਿਸਾਬ ਨਾਲ ਸ਼ਾਂਤੀ ਆਏਗੀ। ਇੰਟਰਨੈਸ਼ਨਲ ਇੰਸਟੀਟਿਊਸ਼ਨ ਦੇ ਉੱਤੇ ਵਿਸ਼ਵਾਸ, ਆਈਡੀਅਲਿਸਟਿਕ ਅਪਰੋਚ ਵੱਧ ਵਿਸ਼ਵਾਸ ਕਰਦੀ ਹੈ, ਜਦਕਿ ਰੀਅਲਿਸਟਿਕ ਅਪਰੋਚ ਜਿਹੜੀ ਹੈਗੀ ਆ ਉਹ ਘੱਟ ਵਿਸ਼ਵਾਸ ਕਰਦੀ ਹੈ। ਸੋ ਇੱਥੇ ਤੁਹਾਡਾ ਇਹ ਚੈਪਟਰ ਕੰਪਲੀਟ ਹੁੰਦਾ ਹੈ ਬੇਟਾ। ਅਗਰ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਹਾਨੂੰ, ਤਾਂ ਤੁਸੀਂ ਮੈਨੂੰ ਮੈਸੇਜ ਦੇ ਥਰੂ ਦੱਸ ਸਕਦੇ ਹੋ, ਠੀਕ ਹੈ। ਇਹਦੇ ਵਿੱਚ ਤੁਸੀਂ ਕਰਨਾ ਹੈ ਆਈਡੀਅਲਿਸਟਿਕ ਅਪਰੋਚ ਔਰ ਰੀਅਲਿਸਟਿਕ ਅਪਰੋਚ ਦੇ ਵਿੱਚ ਦੋਨਾਂ ਦੇ ਫੀਚਰਸ ਵੀ ਕਰੋਗੇ, ਦੋਨਾਂ ਦੇ ਸੁਜੈਸ਼ਨਸ ਵੀ ਕਰੋਗੇ, ਦੋਨਾਂ ਦੀ ਤੁਸੀਂ ਇਹਦੇ ਵਿੱਚ ਕ੍ਰਿਟੀਕਲੀ ਇਵੈਲੂਏਟ ਵੀ ਕਰੋਗੇ ਔਰ ਦੋਨਾਂ ਦਾ ਡਿਫਰੈਂਸ ਵੀ ਕਰੋਗੇ, ਠੀਕ ਹੈ। ਔਰ ਹਰ ਇੱਕ ਕੁਐਸਚਨ ਤੋਂ ਬਾਅਦ, ਲੌਂਗ ਕੁਐਸਚਨ ਤੋਂ ਬਾਅਦ ਤੁਸੀਂ 2 ਮਾਰਕਸ ਦਾ ਕਨਕਲੂਜਨ ਜ਼ਰੂਰ ਦਿਓਗੇ, ਠੀਕ ਹੈ।